ਹੈਲੋ ਸਟੂਡੈਂਟਸ, ਅੱਜ ਆਪਾਂ ਕਰਾਂਗੇ ਹੈਰਡਸ ਮਾਡਲ। ਇਕਨੋਮਿਕ ਗਰੋਥ ਦਾ ਮਾਡਲ ਹੈਰਡ ਤੇ ਡੋਮਰ ਨੇ ਦਿੱਤਾ। ਦੋ ਇਕਨੋਮਿਸਟ ਹੈਗੇ ਆ, ਪਰ ਅੱਜ ਆਪਾਂ ਹੈਰਡ ਦਾ ਮਾਡਲ ਕਰਾਂਗੇ। ਹੈਰਡ ਨੇ ਮਾਡਲ 'ਚ ਦੱਸਿਆ ਕਿ ਇੱਕ ਇਕੋਨਮੀ 'ਚ ਸਟੱਡੀ ਸਟੇਟ ਆਫ ਗਰੋਥ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ। ਇਸ ਤਰ੍ਹਾਂ ਦੀ ਗਰੋਥ ਰੇਟ ਸਟੱਡੀ ਸਟੇਟ ਆਫ ਗਰੋਥ ਹੁੰਦੀ ਹੈ ਜਿਹਦੇ 'ਚ ਕਿਸੇ ਤਰ੍ਹਾਂ ਦਾ ਕੋਈ ਟ੍ਰੇਡ ਸਾਈਕਲ ਨਹੀਂ ਹੁੰਦਾ। ਤਾਂ ਇਸ ਤਰ੍ਹਾਂ ਦੀ ਗਰੋਥ ਰੇਟ ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਹੁੰਦਾ ਕਿ ਤਿੰਨੋਂ ਗਰੋਥ ਰੇਟਸ ਇੱਕ ਦੂਜੇ ਦੇ ਬਰਾਬਰ ਹੋਣ। GW, GA ਤੇ GN ਤਿੰਨੋਂ ਗਰੋਥ ਰੇਟਸ ਜਦੋਂ ਇੱਕ ਦੂਜੇ ਦੇ ਬਰਾਬਰ ਹੁੰਦੀਆਂ ਤਾਂ ਉਦੋਂ ਸਟੱਡੀ ਸਟੇਟ ਆਫ ਗਰੋਥ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰ ਹੈਰਡ ਦੇ ਅਕੋਰਡਿੰਗ ਇਹ ਤਿੰਨੋਂ ਗਰੋਥ ਰੇਟਸ ਇੱਕ ਦੂਜੇ ਦੇ ਬਰਾਬਰ ਕਰਨੀਆਂ ਬਹੁਤ ਹੀ ਮੁਸ਼ਕਿਲ ਕੰਮ ਹੁੰਦਾ ਹੈ, ਕਿਉਂਕਿ ਕੋਈ ਵੀ ਡਿਵੈਲਪਡ ਇਕੋਨਮੀਜ਼ ਜਿਹੜੀਆਂ ਫੁੱਲ ਇੰਪਲਾਇਮੈਂਟ ਨੂੰ ਪ੍ਰਾਪਤ ਕਰ ਚੁੱਕੀਆਂ ਹੁੰਦੀਆਂ, ਉਹਨਾਂ ਨੂੰ ਫੁੱਲ ਇੰਪਲਾਇਮੈਂਟ ਨੂੰ ਮੇਨਟੇਨ ਕਰਨਾ ਔਖਾ ਹੁੰਦਾ ਹੈ। ਅਤੇ ਇਸ ਕਰਕੇ ਹੈਰਡ ਨੇ ਇਹੀ ਦੱਸਿਆ ਕਿ ਉਹ ਫੁੱਲ ਇੰਪਲਾਇਮੈਂਟ ਨੂੰ ਕਿਵੇਂ ਮੇਨਟੇਨ ਕਰ ਸਕਦੀਆਂ। ਜੇ ਤਿੰਨੋਂ ਗਰੋਥ ਰੇਟਸ ਇੱਕ ਦੂਜੇ ਦੇ ਬਰਾਬਰ ਹੋਣਗੀਆਂ ਤਾਂ ਫੁੱਲ ਇੰਪਲਾਇਮੈਂਟ ਨੂੰ ਮੇਨਟੇਨ ਕਰਕੇ ਰੱਖਿਆ ਜਾ ਸਕਦਾ ਹੈ। ਫੁੱਲ ਇੰਪਲਾਇਮੈਂਟ ਨੂੰ ਮੇਨਟੇਨ ਕਿਵੇਂ ਰੱਖਿਆ ਜਾ ਸਕਦਾ, ਇਸ ਦੀ ਐਕਸਪਲੇਨੇਸ਼ਨ ਹੈਰਡ ਨੇ ਦਿੱਤੀ ਹੈ ਆਪਣੇ ਮਾਡਲ 'ਚ। ਇਸ ਮਾਡਲ ਦੀਆਂ ਅਜੰਪਸ਼ਨਸ ਹੈਗੀਆਂ: ਕੋਂਸਟੈਂਟ ਰਿਟਰਨਸ ਟੂ ਸਕੇਲ, ਕੈਪੀਟਲ ਆਊਟਪੁੱਟ ਤੇ ਲੇਬਰ ਆਊਟਪੁੱਟ ਰੇਸ਼ੋ ਕੋਂਸਟੈਂਟ, ਟੈਕਨੀਕਲ ਗਰੋਥ ਨਿਊਟਰਲ, ਇਨਵੈਸਟਮੈਂਟ ਦੀ ਇੱਛਾ ਆਊਟਪੁੱਟ ਦੀ ਗਰੋਥ ਰੇਟ ਤੇ ਗਰੋਥ ਤੇ ਡਿਪੈਂਡ ਕਰਦੀ ਹੈ। ਇਸ ਮਾਡਲ ਨੂੰ ਐਕਸਪਲੇਨ ਕਰਨ ਲਈ ਤਿੰਨ ਗਰੋਥ ਰੇਟਸ ਦੱਸੀਆਂ ਹੈਰਡ ਨੇ: GW ਵਾਰੰਟਡ ਗਰੋਥ ਰੇਟ, GA ਐਕਚੁਅਲ ਗਰੋਥ ਰੇਟ, GN ਨੈਚੁਰਲ ਗਰੋਥ ਰੇਟ। ਜਦੋਂ ਇਹ ਤਿੰਨੋਂ ਗਰੋਥ ਰੇਟਸ ਇੱਕ ਦੂਜੇ ਦੇ ਬਰਾਬਰ ਹੁੰਦੀਆਂ ਤਾਂ ਇਸ ਤਰ੍ਹਾਂ ਦੀ ਗਰੋਥ ਰੇਟ ਇਕੋਨਮੀ 'ਚ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਹਨੂੰ ਸਟੱਡੀ ਸਟੇਟ ਆਫ ਗਰੋਥ ਕਿਹਾ ਜਾਂਦਾ ਹੈ। GW ਹੁੰਦੀ ਹੈ ਵਾਰੰਟਡ ਗਰੋਥ ਰੇਟ। ਉਹਨੂੰ ਕਿਹਾ ਜਾਂਦਾ ਹੈ ਜਦੋਂ ਵਾਰੰਟਡ ਗਰੋਥ ਰੇਟ ਉਹ ਗਰੋਥ ਰੇਟ ਹੁੰਦੀ ਹੈ ਜਿਹੜੀ ਐਂਟਰਪ੍ਰੇਨਿਓਰ ਨੂੰ ਸੈਟੀਸਫਾਈ ਕਰਦੀ ਹੈ। ਕੈਪੀਟਲ ਦਾ ਫੁੱਲ ਕਪੈਸਿਟੀ ਤੱਕ ਪ੍ਰਯੋਗ ਕੀਤਾ ਜਾਂਦਾ ਹੈ। ਐਂਟਰਪ੍ਰੇਨਿਓਰ ਉਦੋਂ ਸੈਟੀਸਫਾਈ ਹੁੰਦਾ ਜਦੋਂ ਉਹਦਾ ਸਾਰਾ ਸਮਾਨ ਵਿਕ ਜਾਂਦਾ ਹੈ। ਜਦੋਂ ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਦੇ ਬਰਾਬਰ ਹੁੰਦੀ ਹੈ ਤਾਂ ਉਦੋਂ ਐਂਟਰਪ੍ਰੇਨਿਓਰ ਸੈਟੀਸਫਾਈ ਹੁੰਦਾ। GW ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ S/CR। CR ਕੈਪੀਟਲ ਆਊਟਪੁੱਟ ਰੇਸ਼ੋ ਹੈ। ਇਹਦੇ 'ਚ ਹੈਰਡ ਨੇ ਦੋ ਤਰ੍ਹਾਂ ਦੀ ਕੈਪੀਟਲ ਆਊਟਪੁੱਟ ਰੇਸ਼ੋ ਦੱਸੀ ਹੈਗੀ ਹੈ: ਐਵਰੇਜ ਕੈਪੀਟਲ ਆਊਟਪੁੱਟ ਰੇਸ਼ੋ ਅਤੇ ਮਾਰਜਨਲ ਕੈਪੀਟਲ ਆਊਟਪੁੱਟ ਰੇਸ਼ੋ। ਕੈਪੀਟਲ ਆਊਟਪੁੱਟ ਰੇਸ਼ੋ ਉਤਪਾਦਨ ਦੀ ਇੱਕ ਯੂਨਿਟ ਪ੍ਰੋਡਿਊਸ ਕਰਨ ਦੇ ਲਈ ਕੈਪੀਟਲ ਦੀਆਂ ਕਿੰਨੀਆਂ ਯੂਨਿਟਸ ਦੀ ਲੋੜ ਹੁੰਦੀ ਹੈ ਨੂੰ ਦੱਸਦੀ ਹੈ। ਇਹਦੇ 'ਚ ਜਿਹੜੀ S ਹੈ ਇਹਨੂੰ ਪ੍ਰੋਪੈਸਿਟੀ ਟੂ ਸੇਵ ਕਿਹਾ ਜਾਂਦਾ। ਇਹ ਵੀ ਦੋ ਤਰ੍ਹਾਂ ਦੀ ਹੈ: ਐਵਰੇਜ ਪ੍ਰੋਪੈਸਿਟੀ ਟੂ ਸੇਵ S/Y ਅਤੇ ਮਾਰਜਨਲ ਪ੍ਰੋਪੈਸਿਟੀ ਟੂ ਸੇਵ ΔS/ΔY। ਸੇਵਿੰਗ ਪ੍ਰੋਪੈਸਿਟੀ ਵੀ ਦੋਨੇ ਤਰ੍ਹਾਂ ਦੀ ਸੇਵਿੰਗ ਪ੍ਰੋਪੈਸਿਟੀ, ਐਵਰੇਜ ਸੇਵਿੰਗ ਪ੍ਰੋਪੈਸਿਟੀ ਅਤੇ ਮਾਰਜਨਲ ਸੇਵਿੰਗ ਪ੍ਰੋਪੈਸਿਟੀ ਦੋਨੇ ਇੱਕ ਦੂਜੇ ਦੇ ਬਰਾਬਰ ਹੈ। ਕੈਪੀਟਲ ਆਊਟਪੁੱਟ ਰੇਸ਼ੋ ਵੀ ਐਵਰੇਜ ਕੈਪੀਟਲ ਆਊਟਪੁੱਟ ਰੇਸ਼ੋ ਅਤੇ ਮਾਰਜਨਲ ਕੈਪੀਟਲ ਆਊਟਪੁੱਟ ਰੇਸ਼ੋ ਦੋਨੇ ਇੱਕ ਦੂਜੇ ਦੇ ਬਰਾਬਰ ਦੱਸੀਆਂ ਹੈਰਡ ਨੇ। ਅਗਲੀ ਗਰੋਥ ਰੇਟ ਹੈ GA ਐਕਚੁਅਲ ਗਰੋਥ ਰੇਟ। ਇਹਨੂੰ ਆਊਟਪੁੱਟ 'ਚ ਹੋਣ ਵਾਲਾ ਵਾਧਾ ਅਤੇ ਟੋਟਲ ਆਊਟਪੁੱਟ ਦੀ ਰੇਸ਼ੋ ਦੱਸਿਆ ਜਾਂਦਾ। ΔY/Y। ΔY ਹੈਗਾ ਆਊਟਪੁੱਟ 'ਚ ਹੋਣ ਵਾਲਾ ਵਾਧਾ ਜਾਂ ਆਊਟਪੁੱਟ ਦੀ ਗਰੋਥ ਰੇਟ, ਅਤੇ Y ਹੈਗਾ ਟੋਟਲ ਆਊਟਪੁੱਟ। ਇਹਨਾਂ ਦੋਨਾਂ ਦੀ ਰੇਸ਼ੋ ਨੂੰ G ਜਾਂ ਐਕਚੁਅਲ ਗਰੋਥ ਰੇਟ ਕਿਹਾ ਜਾਂਦਾ। ਇਹਨੂੰ ਇਸ ਤਰ੍ਹਾਂ ਲਿਖਿਆ ਜਾਂਦਾ: GC = S। G = ΔY/Y ਆਊਟਪੁੱਟ ਦੀ ਗਰੋਥ ਰੇਟ ਬਟਾ ਟੋਟਲ ਆਊਟਪੁੱਟ। C ਹੈਗਾ ਜਿਹੜਾ ਇਹ ਕੈਪੀਟਲ ਆਊਟਪੁੱਟ ਰੇਸ਼ੋ ਹੈ। ਇਸ ਦੇ ਵਿੱਚ GA ਦੇ ਵਿੱਚ ਹੈਰਡ ਨੇ ਮਾਰਜਨਲ ਕੈਪੀਟਲ ਆਊਟਪੁੱਟ ਰੇਸ਼ੋ ਲਈ ਹੈ ΔK/ΔY। ΔK ਨੂੰ I ਵੀ ਕਿਹਾ ਜਾਂਦਾ। ਚੇਂਜ ਇਨ ਕੈਪੀਟਲ ਸਟਾਕ ਨੂੰ ਇਨਵੈਸਟਮੈਂਟ ਕਿਹਾ ਜਾਂਦਾ। ਇਹਦੇ 'ਚ ਜਿਹੜੀ ਸੇਵਿੰਗ ਪ੍ਰੋਪੈਸਿਟੀ ਹੈ ਇਸਨੇ ਇੱਕ ਐਵਰੇਜ ਸੇਵਿੰਗ ਪ੍ਰੋਪੈਸਿਟੀ ਲਈ ਹੈ S/Y। ਤਾਂ ਇਸ ਨੂੰ ਆਪਾਂ ਹੁਣ ਇਸ ਤਰ੍ਹਾਂ ਲਿਖ ਸਕਦੇ ਹਾਂ: GC = S। G ਦੀ ਵੈਲਿਊ ਹੈ ΔY/Y। C ਦੀ ਵੈਲਿਊ ਹੈਗੀ ਹੈ ਮਾਰਜਨਲ ਕੈਪੀਟਲ ਆਊਟਪੁੱਟ ਰੇਸ਼ੋ I/ΔY। S ਹੈਗੀ ਹੈ ਐਵਰੇਜ ਸੇਵਿੰਗ ਪ੍ਰੋਪੈਸਿਟੀ S/Y। ਤਾਂ ΔY ਨਾਲ ΔY ਕੈਂਸਲ ਹੋ ਗਿਆ। ਇੱਥੇ ਰਹਿ ਗਿਆ I = S, ਇਨਵੈਸਟਮੈਂਟ = ਸੇਵਿੰਗ, ਅਤੇ Y = Y। ਤਾਂ ਇਸ ਤੋਂ ਆਪਾਂ ਨੂੰ ਇਹ ਪਤਾ ਇਨਵੈਸਟਮੈਂਟ = ਸੇਵਿੰਗ ਹੋ ਗਿਆ। ਤਾਂ ਇਸ ਤੋਂ ਇਹ ਪਤਾ ਲੱਗਦਾ ਕਿ ਸਟੱਡੀ ਸਟੇਟ ਆਫ ਗਰੋਥ ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਹੁੰਦਾ ਕਿ ਇਨਵੈਸਟਮੈਂਟ ਸੇਵਿੰਗ ਦੇ ਬਰਾਬਰ ਹੋਵੇ ਅਤੇ ਦੋਨੇ ਗਰੋਥ ਰੇਟਸ ਐਕਚੁਅਲ ਗਰੋਥ ਰੇਟ ਅਤੇ ਵਾਰੰਟਡ ਗਰੋਥ ਰੇਟ ਇੱਕ ਦੂਜੇ ਦੇ ਬਰਾਬਰ ਹੋਣਗੀਆਂ ਤਾਂ ਸਟੱਡੀ ਸਟੇਟ ਆਫ ਗਰੋਥ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
GN ਨੈਚੁਰਲ ਗਰੋਥ ਰੇਟ ਅਗਲੀ ਵੀਡੀਓ ਦੇ ਵਿੱਚ ਐਕਸਪਲੇਨ ਕਰਾਂਗੇ।